ਹੈਲੋ ਸਟੂਡੈਂਟ, ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ ਆਪਣੀ ਸੋਲਰ ਅਕੈਡਮੀ ਤੇ। ਜਿਵੇਂ ਤੁਹਾਨੂੰ ਪਤਾ ਹੀ ਹੈ, ਆਪਾਂ ਆਪਣੀ ਅਕੈਡਮੀ ਤੇ ਈਟੀਟੀ 59 ਦੀ ਤਿਆਰੀ ਕਰਵਾ ਰਹੇ ਹਾਂ ਤੇ ਆਪਣਾ ਸਬਜੈਕਟ ਸੋਸ਼ਲ ਸਾਇੰਸ, ਜਿਸ ਦਾ ਜੀਓਗ੍ਰਾਫੀ ਭੂਗੋਲ ਆਪਾਂ ਕਰ ਰਹੇ ਹਾਂ। ਤੇ ਅੱਜ ਆਪਾਂ ਕਰਾਂਗੇ ਪਾਰਟ ਲੈਸਨ ਤੀਜਾ, ਜਲਵਾਯੂ ਯਾਨੀ ਕਿ ਕਲਾਈਮੇਟ ਦਾ ਪਾਰਟ ਪਹਿਲਾ। ਤੇ ਜਿਹੜਾ ਲੈਸਨ 2 ਨੇ ਭਾਰਤੀ ਜਾਣ ਪਛਾਣ ਤੇ ਧਰਾਤਲ, ਉਸਦੀ ਥਿਓਰੀ ਕਲਾਸ ਤੇ MCQ ਕਲਾਸ ਆਪਾਂ ਆਲਰੇਡੀ ਕਰਵਾ ਚੁੱਕੇ ਹਾਂ, ਜਿਸ ਦਾ ਲਿੰਕ ਹੈ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ। ਤੇ ਇੱਕ ਗੱਲ ਹੋਰ, ਜੇਕਰ ਤੁਹਾਨੂੰ ਕਿਸੇ ਵੀ ਪ੍ਰਕਾਰ ਦਾ ਡਾਊਟ ਹੁੰਦਾ ਹੈ ਤਾਂ ਤੁਸੀਂ ਟੈਲੀਗ੍ਰਾਮ ਨੂੰ ਜੁਆਇਨ ਕਰਕੇ ਆਪਣਾ ਡਾਊਟ ਕਲੀਅਰ ਕਰ ਸਕਦੇ ਹੋ। ਤਾਂ ਆਪਾਂ ਜ਼ਿਆਦਾ ਸਮਾਂ ਲੈਂਦੇ ਹੋਏ ਵੀਡੀਓ ਨੂੰ ਸਟਾਰਟ ਕਰਦੇ ਹਾਂ। ਤੇ ਅੱਜ ਹੋਣ ਵਾਲੀ ਹੈ ਆਪਣੀ ਜੋ ਇੰਪੋਰਟੈਂਟ ਥਿਓਰੀ ਕਲਾਸ। ਤੇ ਆਪਾਂ ਦੇਖਦੇ ਹਾਂ ਪਹਿਲਾ ਪੁਆਇੰਟ, ਜਲਵਾਯੂ ਮੋਟੇ ਤੌਰ ਤੇ ਉਸ ਸਥਾਨ ਦੀ ਧਰਾਤਲੀ ਭਿੰਨਤਾ, ਸਮੁੰਦਰਾਂ ਤੋਂ ਫਾਸਲਾ ਤੇ ਭੂ ਮੱਧ ਰੇਖਾ ਤੋਂ ਦੂਰੀ 3 ਮਹੱਤਵਪੂਰਨ ਤੱਤ ਹਨ। ਦੇਖੋ, ਜੋ ਜਲਵਾਯੂ ਹੁੰਦੀ ਹੈ, ਜਲਵਾਯੂ ਕੀ ਹੁੰਦੀ ਹੈ? ਜਿਹੜਾ ਮੋਟੇ ਤੌਰ ਤੇ ਆਪਾਂ ਮੰਨਦੇ ਹਾਂ ਕਿ ਸਥਾਨ ਦੀ ਧਰਾਤਲੀ ਭਿੰਨਤਾ, ਧਰਾਤਲੀ ਜਿਵੇਂ ਆਪਾਂ ਪਹਿਲੇ ਲੈਸਨ ਵਿੱਚ ਕੀਤਾ ਨਾ, ਧਰਾਤਲੀ ਜਿਵੇਂ ਕਿ ਹਿਮਾਲਿਆ ਪਰਬਤ ਹੋ ਗਿਆ, ਮੈਦਾਨ ਹੋ ਗਏ, ਪ੍ਰਾਇਦੀਪ ਪਠਾਰ ਹੋ ਗਿਆ, ਤੱਟ ਹੋ ਗਿਆ, ਇੰਨਾ ਮਤਲਬ ਇਹ ਭਿੰਨਤਾ ਹੋ ਗਈ। ਸਮੁੰਦਰਾਂ ਤੋਂ ਫਾਸਲਾ ਵੀ ਸਮੁੰਦਰ ਤੋਂ ਕਿੰਨੀ ਦੂਰ ਹੈ, ਭੂ ਮੱਧ ਰੇਖਾ ਦੂਰੀ ਜਿਹੜੀ ਆਪਾਂ ਕਰਵਾਈ ਸੀ, ਭੂ ਮੱਧ ਰੇਖਾ ਉਸ ਤੋਂ ਦੂਰੀ, ਇਹ ਸਭ ਤੱਤ ਨੇ, ਇਹ ਮਹੱਤਵਪੂਰਨ ਨੇ ਜਲਵਾਯੂ ਦੇ ਲਈ। ਠੀਕ ਹੈ, ਅੱਗੇ ਆਪਾਂ ਦੇਖਦੇ ਹਾਂ ਨੈਕਸਟ ਪੁਆਇੰਟ ਹੈ, ਜਦੋਂ ਕਾਰਗਿਲ ਦੇ ਨੇੜੇ ਦਰਾਸ ਵਿੱਚ -45 ਡਿਗਰੀ ਸੈਲਸੀਅਸ ਤਾਪਮਾਨ ਹੁੰਦਾ ਹੈ ਤਾਂ ਉਸ ਵੇਲੇ ਤਮਿਲਨਾਡੂ, ਚੇਨਈ, ਮਦਰਾਸ ਵਿੱਚ 20 ਡਿਗਰੀ ਸੈਲਸੀਅਸ ਤਾਪਮਾਨ ਤੋਂ ਵੀ ਵੱਧ ਹੁੰਦਾ ਹੈ। ਦੇਖੋ, ਭਾਰਤ ਹੈ ਜਿਹੜਾ ਆਪਣਾ, ਉੱਧਰ ਜਿਹੜਾ ਇੰਨਾ ਜਿਹਾ ਜਲਵਾਯੂ ਯਾਨੀ ਕਿ ਤਾਪਮਾਨ ਵਿੱਚ ਡਿਫਰੈਂਸ ਹੈ ਕਿ ਜਦੋਂ ਕਾਰਗਿਲ ਦੇ ਨੇੜੇ ਦਰਾਸ ਹੈ ਕਿ ਕੋਈ ਜਗ੍ਹਾ ਹੈ, ਉੱਧਰ ਜਦੋਂ -45 ਡਿਗਰੀ ਸੈਲਸੀਅਸ ਤਾਪਮਾਨ ਹੁੰਦਾ ਹੈ ਤਾਂ ਉਸੇ ਵੇਲੇ ਤਮਿਲਨਾਡੂ, ਚੇਨਈ ਵਿੱਚ ਜਿਹੜਾ ਮਦਰਾਸ ਵਿੱਚ 20 ਡਿਗਰੀ ਸੈਲਸੀਅਸ ਤਾਪਮਾਨ ਹੁੰਦਾ ਹੈ। ਠੀਕ ਹੈ, ਅੱਗੇ ਦੇਖੋ ਨੈਕਸਟ ਪੁਆਇੰਟ ਹੈ, ਜਦੋਂ ਗਰਮੀਆਂ ਵਿੱਚ ਅਰਾਵਲੀ ਪਰਬਤ ਦੇ ਪੱਛਮ ਵਿੱਚ ਜੈਸਲਮੇਰ ਵਿੱਚ 50 ਡਿਗਰੀ ਸੈਲਸੀਅਸ ਤਾਪਮਾਨ ਹੁੰਦਾ ਹੈ ਤਾਂ ਉਸ ਵੇਲੇ ਸ਼੍ਰੀਨਗਰ ਵਿੱਚ 20 ਡਿਗਰੀ ਸੈਲਸੀਅਸ ਤਾਪਮਾਨ ਹੁੰਦਾ ਹੈ। ਦੇਖੋ, ਜਦੋਂ ਗਰਮੀ ਹੁੰਦੀ ਹੈ, ਗਰਮੀਆਂ ਵਿੱਚ ਜਦੋਂ ਅਰਾਵਲੀ ਪਰਬਤ ਦੇ ਪੱਛਮ, ਜਦੋਂ ਰਾਜਸਥਾਨ ਦੀ ਗੱਲ ਹੈ, ਰਾਜਸਥਾਨ ਵਿੱਚ ਜਦੋਂ ਜੈਸਲਮੇਰ ਨਾਂ ਦੀ ਜਗ੍ਹਾ ਹੈ ਜਿਸ 'ਤੇ ਸਭ ਤੋਂ ਜ਼ਿਆਦਾ ਗਰਮੀ ਪੈਂਦੀ ਹੈ, ਜਦੋਂ ਇੱਧਰ 50 ਡਿਗਰੀ ਸੈਲਸੀਅਸ ਤਾਪਮਾਨ ਹੁੰਦਾ ਹੈ ਤਾਂ ਗਰਮੀਆਂ ਵਿੱਚ ਹੀ ਸ਼੍ਰੀਨਗਰ ਵਿੱਚ, ਜਿਹੜਾ ਕਿ ਜੰਮੂ ਕਸ਼ਮੀਰ ਦੀ ਰਾਜਧਾਨੀ ਹੈ ਸ਼੍ਰੀਨਗਰ, ਉੱਧਰ 20 ਡਿਗਰੀ ਸੈਲਸੀਅਸ ਤਾਪਮਾਨ ਹੁੰਦਾ ਹੈ। ਅੱਗੇ ਦੇਖੋ ਨੈਕਸਟ ਪੁਆਇੰਟ ਹੈ, ਜਦੋਂ ਚਿਰਾਪੂੰਜੀ ਦੇ ਮਾਸਿਨਰਾਮ ਵਿੱਚ 1080 ਸੈਂਟੀਮੀਟਰ ਸਾਲਾਨਾ ਵਰਖਾ ਹੁੰਦੀ ਹੈ, ਜਦੋਂ ਕਿ ਪੱਛਮੀ ਥਾਰ ਮਾਰੂਥਲ ਵਿੱਚ 12 ਸੈਂਟੀਮੀਟਰ ਸਾਲਾਨਾ ਵਰਖਾ ਹੁੰਦੀ ਹੈ। ਅਰਾਵਲੀ ਪਰਬਤ ਪੱਛਮ ਵਿੱਚ ਜਿੰਨੀ ਵਰਖਾ 8 ਸਾਲਾਂ ਵਿੱਚ ਹੁੰਦੀ ਹੈ, ਉਸ ਤੋਂ ਜ਼ਿਆਦਾ ਤਾਂ ਚਿਰਾਪੂੰਜੀ ਮਾਸਿਨਰਾਮ ਵਿੱਚ ਇੱਕ ਦਿਨ ਵਿੱਚ ਹੋ ਜਾਂਦੀ ਹੈ। ਦੇਖੋ, ਜੇ ਆਪਾਂ ਭਾਰਤ ਵਿੱਚ ਵਰਖਾ ਦੀ ਗੱਲ ਕਰੀਏ ਤਾਂ ਜਿਹੜਾ ਕਿ ਚਿਰਾਪੂੰਜੀ ਦੇ ਮਾਸਿਨਰਾਮ ਇੱਕ ਜਗ੍ਹਾ ਹੈ ਜਿਹੜਾ ਕਿ ਮੇਘਾਲਿਆ ਰਾਜ ਵਿੱਚ ਹੈ, ਉੱਧਰ ਸਾਲਾਨਾ ਵਰਖਾ ਹੁੰਦੀ ਹੈ ਕਿੰਨੀ? 1080 ਸੈਂਟੀਮੀਟਰ, ਜੋ ਕਿ ਸਭ ਤੋਂ ਵੱਧ ਹੈ, ਯਾਨੀ ਕਿ ਭਾਰਤ ਦੀ ਸਭ ਤੋਂ ਜ਼ਿਆਦਾ ਵਰਖਾ ਇੱਧਰ ਹੀ ਹੁੰਦੀ ਹੈ ਮਾਸਿਨਰਾਮ ਵਿੱਚ। ਜਦੋਂ ਕਿ ਪੱਛਮੀ ਥਾਰ ਮਾਰੂਥਲ ਜਿਹੜਾ ਕਿ ਆਪਾਂ ਕਰ ਚੁੱਕੇ ਹਾਂ ਰਾਜਸਥਾਨ ਵਿੱਚ, ਇੱਧਰ ਕਿੰਨੀ ਵਰਖਾ ਹੁੰਦੀ ਹੈ ਸਾਲਾਨਾ? 12 ਸੈਂਟੀਮੀਟਰ। ਅਰਾਵਲੀ ਪਰਬਤ ਪੱਛਮ ਵਿੱਚ ਜਿੰਨੀ ਵਰਖਾ 8 ਸਾਲਾਂ ਵਿੱਚ ਹੁੰਦੀ ਹੈ, ਦੇਖੋ ਜਿਹੜਾ ਅਰਾਵਲੀ ਪਰਬਤ ਵਿੱਚ 8 ਸਾਲਾਂ ਵਿੱਚੋਂ ਜਿੰਨੀ ਵਰਖਾ ਹੁੰਦੀ ਹੈ ਨਾ, ਉਨੀ ਤਾਂ ਇੱਕ ਦਿਨ ਵਿੱਚ ਹੋ ਜਾਂਦੀ ਹੈ। ਕਿੱਧਰ? ਚਿਰਾਪੂੰਜੀ ਮਾਸਿਨਰਾਮ ਵਿੱਚ। ਤੁਸੀਂ ਦੇਖ ਸਕਦੇ ਹੋ ਕਿ ਚਿਰਾਪੂੰਜੀ ਵਿੱਚ ਕਿੰਨੀ ਵਰਖਾ ਹੁੰਦੀ ਹੈ। ਅੱਗੇ ਦੇਖੋ ਨੈਕਸਟ ਪੁਆਇੰਟ ਹੈ, ਭੂ ਮੱਧ ਰੇਖਾ ਤੋਂ ਕਰਕ ਰੇਖਾ ਤੇ ਮਕਰ ਰੇਖਾ ਵਿਚਕਾਰ ਵਿੱਚ ਜਲਵਾਯੂ ਊਸ਼ਣਖੰਡ ਯਾਨੀ ਕਿ ਟ੍ਰੋਪੀਕਲ ਜ਼ੋਨ ਵਾਲੀ ਹੁੰਦੀ ਹੈ। ਇਸ ਤੋਂ ਬਾਹਰ ਉਪ ਊਸ਼ਣ ਜਲਵਾਯੂ ਸਬ ਟ੍ਰੋਪੀਕਲ ਜ਼ੋਨ ਹੁੰਦੀ ਹੈ। ਭਾਰਤ ਵਿੱਚ ਅਜਿਹੀ ਜਲਵਾਯੂ ਦੇਖੀ ਜਾਂਦੀ ਹੈ। ਦੇਖੋ, ਆਪਾਂ ਕਰਿਆ ਸੀ ਭਾਰਤੀ ਜਾਣ ਪਛਾਣ ਵਿੱਚ ਜਿਹੜਾ ਕਿ ਭੂ ਮੱਧ ਰੇਖਾ ਤੇ ਕਰਕ ਰੇਖਾ ਤੇ ਮਕਰ ਰੇਖਾ। ਦੇਖੋ, ਇਹ ਮਾਨਚਿੱਤਰ ਹੈ, ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਵਾਲੀ ਭੂ ਮੱਧ ਰੇਖਾ ਹੈ, ਇਹ ਭੂ ਮੱਧ ਰੇਖਾ ਹੈ, ਇਸ 'ਤੇ ਸਭ ਤੋਂ ਜ਼ਿਆਦਾ ਗਰਮੀ ਪੈਂਦੀ ਹੈ, ਯਾਨੀ ਕਿ ਸਭ ਤੋਂ ਵੱਧ ਤਾਪਮਾਨ ਹੁੰਦਾ ਹੈ। ਕਿਉਂ ਹੁੰਦਾ ਹੈ? ਕਿਉਂਕਿ ਜਿਹੜੀ ਸੂਰਜ ਦੀ ਕਿਰਨਾਂ ਹੈ ਸਭ ਤੋਂ ਸਿੱਧੀ ਹੀ ਭੂ ਮੱਧ ਰੇਖਾ 'ਤੇ ਪੈਂਦੀ ਹੈ, ਅਤੇ ਜਿਹੜੇ ਵੀ ਸਥਾਨ ਹੈ, ਦੇਸ਼ ਹੈ, ਭੂ ਮੱਧ ਰੇਖਾ ਨੇੜੇ ਹੁੰਦੇ ਆ, ਉਸ 'ਤੇ ਸਭ ਤੋਂ ਜ਼ਿਆਦਾ ਗਰਮੀ ਹੁੰਦੀ ਹੈ। ਅਤੇ ਜਿਵੇਂ ਆਪਾਂ ਉੱਧਰ ਵੱਲ ਜਾਵਾਂਗੇ ਜਾਂ ਫਿਰ ਇੱਧਰ ਵੱਲ ਜਾਵਾਂਗੇ ਤਾਂ ਜਿਹੜਾ ਤਾਪਮਾਨ ਹੈ ਉਹ ਘੱਟ ਹੁੰਦਾ ਜਾਵੇਗਾ। ਠੀਕ ਹੈ, ਇੱਧਰ ਕੀ ਹੁੰਦਾ ਹੈ? ਬਰਫ਼ ਜਮੀ ਹੁੰਦੀ ਹੈ, ਕਿਉਂਕਿ ਇਹ ਭੂ ਮੱਧ ਰੇਖਾ ਤੋਂ ਦੂਰ ਹੁੰਦੇ ਹੈ। ਤਾਂ ਦੇਖੋ, ਜਿਹੜਾ ਕਿ ਆਪਣੇ ਪੜ੍ਹਿਆ ਸੀ ਕਿ ਭੂ ਮੱਧ ਰੇਖਾ ਤੋਂ ਕਰਕ ਰੇਖਾ ਇਹ ਵਾਲੀ, ਇਹ ਕਰਕ ਰੇਖਾ ਹੈ ਤੁਸੀਂ ਦੇਖੋ, ਅਤੇ ਮਕਰ ਰੇਖਾ ਇਹ ਵਾਲੀ, ਇਹਨਾਂ ਦੇ ਵਿਚਕਾਰ ਕਿਹੜੀ ਜਿਹੜੀ ਜਲਵਾਯੂ ਮਿਲਦੀ ਹੈ? ਟ੍ਰੋਪੀਕਲ ਜ਼ੋਨ ਯਾਨੀ ਕਿ ਊਸ਼ਣਖੰਡ ਵਾਲੀ। ਅਤੇ ਜਿਹੜੀ ਕਿ ਬਾਹਰ ਹੁੰਦੀ ਹੈ ਇਹ ਵਾਲੀ, ਤੁਸੀਂ ਦੇਖੋਗੇ ਇਹ ਵਾਲੀ ਇਸ ਤੋਂ ਬਾਹਰ ਹੁੰਦੀ ਹੈ, ਇਸ ਵਿੱਚ ਹੁੰਦੀ ਹੈ ਸਬ ਟ੍ਰੋਪੀਕਲ ਜ਼ੋਨ ਯਾਨੀ ਕਿ ਉਪ ਊਸ਼ਣਖੰਡ। ਠੀਕ ਹੈ,
देखो ਜਿਹੜਾ ਊਸ਼ਣ ਖੰਡ ਹੈ ਉਹ ਹੋਗੀ ਜ਼ਿਆਦਾ ਗਰਮੀ, ਉਪ ਊਸ਼ਣ ਹੋਗੀ ਘੱਟ ਗਰਮੀ। ਅੱਗੇ ਦੇਖੋ ਇਹ ਵਾਲਾ ਭਾਰਤ ਵਿੱਚ ਅਜਿਹੀ ਜਲਵਾਯੂ ਦੇਖੀ ਜਾਂਦੀ ਹੈ। ਕਿਉਂ ਦੇਖੀ ਜਾਂਦੀ ਹੈ? ਦੇਖੋ ਭਾਰਤ ਜਿਹੜਾ, ਇੱਕ ਗੱਲ ਦੇਖੋ, ਜਿਹੜਾ ਭਾਰਤ ਭੂਮੱਧ ਰੇਖਾ ਹੈ, ਭਾਰਤ ਜਿਹੜਾ ਇੱਧਰ ਸਥਿਤ ਹੈ, ਇਹ ਕਰਕ ਰੇਖਾ ਹੋਗੀ ਤੇ ਕਰਕ ਰੇਖਾ ਭਾਰਤ ਦੇ ਵਿਚਕਾਰ ਲੰਘਦੀ ਹੈ, ਯਾਨੀ ਕਿ ਭਾਰਤ ਇੱਧਰ ਹੋ ਗਿਆ। ਤੇ ਭਾਰਤ ਵਿੱਚ ਕਿਹੜੀ ਜਿਹੜੀ ਉਹ ਦੇਖੀ ਜਾਂਦੀ ਹੈ? ਉਪ ਊਸ਼ਣ, ਠੀਕ ਹੈ, ਊਸ਼ਣ ਖੰਡ ਜਿਹੜੀ, ਊਸ਼ਣ ਖੰਡ, ਹਾਂ ਊਸ਼ਣ ਖੰਡ ਜਿਹੜੀ ਭਾਰਤ ਵਿੱਚ ਜਲਵਾਯੂ ਦੇਖੀ ਜਾਂਦੀ ਹੈ। ਅੱਗੇ ਦੇਖੋ ਨੈਕਸਟ ਪੁਆਇੰਟ ਹੈ, ਭਾਰਤ ਦੀ ਦੂਰੀ ਭੂਮੱਧ ਰੇਖਾ ਦੇ ਨੇੜੇ ਹੋਣ ਕਰਕੇ ਇਸ ਨੂੰ ਗਰਮ ਜਲਵਾਯੂ ਵਾਲਾ ਦੇਸ਼ ਵੀ ਕਿਹਾ ਜਾਂਦਾ ਹੈ। ਭਾਰਤ ਦੀ ਜਿਹੜੀ ਦੂਰੀ ਹੈ ਉਹ ਜਲਵਾਯੂ ਜਿਹੜਾ ਭੂਮੱਧ ਰੇਖਾ ਹੈ ਉਸ ਦੇ ਨੇੜੇ ਹੁੰਦੀ ਹੈ, ਤਾਂ ਕਰਕੇ ਇੱਧਰ ਕੀ ਹੈ, ਗਰਮ ਜਲਵਾਯੂ ਵਾਲਾ ਇਹ ਦੇਸ਼ ਮੰਨਿਆ ਜਾਂਦਾ ਹੈ। ਅੱਗੇ ਦੇਖੋ ਨੈਕਸਟ ਪੁਆਇੰਟ ਹੈ, ਤਾਪਮਾਨ ਗਰਮ ਹੋਣ ਕਰਕੇ ਉੱਤਰੀ ਮੈਦਾਨ ਵਿੱਚ ਵਾਯੂ ਦਾਬ ਘੱਟ 994 ਮਿਲੀਬਾਰ ਦੇ ਕੇਂਦਰ ਬਣਨੇ ਸ਼ੁਰੂ ਹੋਣ ਲੱਗਦੇ ਹਨ, ਜਿਨ੍ਹਾਂ ਨੂੰ ਅੰਤਰ ਊਸ਼ਣ ਸੁਮੇਲ ਖੇਤਰ ਯਾਨੀ ਕਿ ਇੰਟਰਟ੍ਰੋਪੀਕਲ ਕਨਵਰਜੈਂਸ ਜ਼ੋਨ ਵੀ ਕਿਹਾ ਜਾਂਦਾ ਹੈ। ਇੱਕ ਗੱਲ ਧਿਆਨ ਤੋਂ, ਜਿਹੜਾ ਕਿ ਜਿੱਧਰ ਜ਼ਿਆਦਾ ਗਰਮੀ ਹੋਵੇਗੀ ਯਾਨੀ ਕਿ ਜਿੱਧਰ ਤਾਪਮਾਨ ਜ਼ਿਆਦਾ ਹੋਵੇਗਾ ਉਧਰ ਤਾਂ ਬਣੇਗਾ ਘੱਟ ਦਬਾਅ ਦਾ ਖੇਤਰ, ਤੇ ਜਿੱਧਰ ਠੰਡ ਹੋਵੇਗੀ ਉਧਰ ਬਣੇਗਾ ਵੱਧ ਦਬਾਅ ਦਾ ਖੇਤਰ ਹਵਾ ਦਾ, ਠੀਕ ਹੈ। ਦੇਖੋ ਜਿਹੜਾ ਤਾਪਮਾਨ ਜਦੋਂ ਗਰਮ ਹੋਣ ਲੱਗਦਾ ਤਾਂ ਕੀ ਹੁੰਦਾ ਹੈ? ਵਾਯੂ ਦਾਬ ਘੱਟ ਹੋਣ ਲੱਗਦਾ ਹੈ, ਤੇ ਇਹ ਹੁੰਦਾ 994 ਮਿਲੀਬਾਰ ਦੇ ਕੇਂਦਰ ਬਣਨੇ ਸ਼ੁਰੂ ਹੋ ਜਾਂਦੇ ਹੈ, ਤੇ ਇਸ ਨੂੰ ਕੀ ਕਿਹਾ ਜਾਂਦਾ ਹੈ? ਇੰਟਰਟ੍ਰੋਪੀਕਲ ਕਨਵਰਜੈਂਸ ਜ਼ੋਨ ਯਾਨੀ ਕਿ ਅੰਤਰ ਊਸ਼ਣ ਸੁਮੇਲ ਖੇਤਰ। ਅੱਗੇ ਦੇਖੋ ਨੈਕਸਟ ਪੁਆਇੰਟ, ਖਾੜੀ ਬੰਗਾਲ ਦੀ ਸਥਿਤੀ ਦੇ ਕਾਰਨ ਸਰਦੀਆਂ ਵਿੱਚ ਕੋਰੋਮੰਡਲ ਤੱਟ ਤੇ ਬਾਰਿਸ਼ ਹੁੰਦੀ ਹੈ। ਦੇਖੋ ਜਿਹੜਾ ਖਾੜੀ ਬੰਗਾਲ ਦੀ ਸਥਿਤੀ ਹੈ ਇਹ ਆਪਾਂ ਵਿਸਥਾਰ ਵਿੱਚ ਅੱਗੇ ਕਰਾਂਗੇ। ਇੱਕ ਵਾਰ ਮੰਨ ਕੇ ਚੱਲੋ, ਜਿਹੜਾ ਖਾੜੀ ਬੰਗਾਲ ਹੈ, ਸਮੁੰਦਰ ਦਾ ਜਿਹੜਾ ਬੰਗਾਲ ਦੀ ਖਾੜੀ ਹੈ, ਉੱਧਰ ਦੀ ਜਿਹੜੀ ਸਥਿਤੀ ਕਾਰਨ ਜਿਹੜੀ ਮਾਨਸੂਨ ਜਿਹੜੀ ਉੱਧਰ ਜਾ ਕੇ ਆਉਂਦੀ ਹੈ, ਉਸ ਦੇ ਕਾਰਨ ਜਿਹੜੇ ਸਰਦੀਆਂ ਵਿੱਚ ਕੋਰੋਮੰਡਲ ਤੱਟ ਤੇ ਬਾਰਿਸ਼ ਹੁੰਦੀ ਹੈ। ਕੋਰੋਮੰਡਲ ਤੱਟ ਆਪਾਂ ਪੜ੍ਹਿਆ ਸੀ, ਜਿਹੜਾ ਕਿ ਤੱਟ ਦੇ ਮੈਦਾਨਾਂ ਦਾ ਜਿਹੜਾ ਦੋ ਭਾਗ ਸੀ, ਕਿਹੜੇ ਕਿਹੜੇ? ਪੂਰਬੀ ਤੱਟ ਤੇ ਪੱਛਮੀ ਤੱਟ, ਤੇ ਕੋਰੋਮੰਡਲ ਤੱਟ ਹੈ ਇਹ ਪੂਰਬੀ ਤੱਟ ਦਾ ਜਿਹੜਾ ਇੱਕ ਭਾਗ ਹੈ, ਠੀਕ ਹੈ। ਕੋਰੋਮੰਡਲ ਤੱਟ ਤੇ ਬਾਰਿਸ਼ ਹੁੰਦੀ ਹੈ ਸਰਦੀਆਂ ਵਿੱਚ ਖਾੜੀ ਬੰਗਾਲ ਦੀ ਸਥਿਤੀ ਦੇ ਕਾਰਨ। ਅੱਗੇ ਦੇਖੋ ਨੈਕਸਟ ਪੁਆਇੰਟ ਹੈ, ਪ੍ਰਾਇਦੀਪ ਪਠਾਰ ਦੇ ਤਿੰਨੇ ਪਾਸੇ ਸਮੁੰਦਰ ਹੋਣ ਕਰਕੇ ਇਨ੍ਹਾਂ ਤੱਟੀ ਭਾਗਾਂ ਵਿੱਚ ਸਮਕਾਲੀ ਜਲਵਾਯੂ ਪਾਈ ਜਾਂਦੀ ਹੈ। ਇਸ ਕਰਕੇ ਇੱਥੇ ਸਰਦੀਆਂ ਵੇਲੇ ਘੱਟ ਸਰਦੀ, ਗਰਮੀਆਂ ਵੇਲੇ ਘੱਟ ਗਰਮੀ ਹੁੰਦੀ ਹੈ। ਦੇਖੋ ਆਪਾਂ ਦੇਖਦੇ ਹਾਂ ਕਿ ਜਿਹੜਾ ਕਿ ਸਮੁੰਦਰ ਦੇ ਨੇੜੇ ਜਿਹੜੇ ਕਿ ਇਹ ਜਿਹੜੇ ਰਾਜ ਹੋ ਗਏ ਜਾਂ ਦੇਸ਼ ਹੋ ਗਏ, ਉੱਧਰ ਗਰਮੀਆਂ ਵਿੱਚ ਘੱਟ ਗਰਮੀ ਹੁੰਦੀ ਹੈ ਤੇ ਸਰਦੀਆਂ ਵਿੱਚ ਘੱਟ ਸਰਦੀ ਹੁੰਦੀ ਹੈ। ਕਿਉਂ ਹੁੰਦੀ ਹੈ? ਕਿਉਂਕਿ ਉੱਧਰ ਕੀ ਹੁੰਦਾ, ਸਮਕਾਲੀ ਜਲਵਾਯੂ ਪਾਈ ਜਾਂਦੀ ਹੈ। ਸਮੁੰਦਰ ਕਰਕੇ ਸਮਕਾਲੀ ਯਾਨੀ ਕਿ ਸਮਾਨ ਸੀ ਜਲਵਾਯੂ ਪਾਈ ਜਾਂਦੀ ਹੈ। ਐਵਰੇਜ ਆਪਾਂ ਮੰਨ ਸਕਦੇ ਹਾਂ ਕਿ ਕਾਮਨ ਜੀ ਜਿਹੜੀ ਜਲਵਾਯੂ ਮੰਨ ਸਕਦੇ ਹਾਂ, ਠੀਕ ਹੈ। ਅੱਗੇ ਦੇਖੋ ਨੈਕਸਟ ਪੁਆਇੰਟ ਹੈ, ਭਾਰਤ ਵਿੱਚ ਗਰਮ ਊਸ਼ਣ ਮਾਨਸੂਨੀ ਖੰਡ ਦੀ ਜਲਵਾਯੂ ਮਿਲਦੀ ਹੈ। ਇਹ ਗੱਲ ਆਪਾਂ ਪਹਿਲਾਂ ਕਰ ਚੁੱਕੇ ਹਾਂ ਕਿ ਭਾਰਤ ਜਿਹੜਾ ਗਰਮ ਊਸ਼ਣ ਮਾਨਸੂਨੀ ਖੰਡ ਵਾਲਾ ਦੇਸ਼ ਹੈ। ਅੱਗੇ ਦੇਖੋ ਨੈਕਸਟ ਪੁਆਇੰਟ, ਗਰਮੀਆਂ ਵਿੱਚ ਭੂਮੱਧ ਰੇਖਾ ਦੀ ਘੱਟ ਦਬਾਅ ਦੀ ਪੱਟੀ ਕਰਕ ਰੇਖਾ ਵਿੱਚ ਪਿਚਕ ਜਾਂਦੀ ਹੈ। ਇਸ ਪੱਟੀ ਨੂੰ ਅੰਤਰ ਊਸ਼ਣ ਸੁਮੇਲ ਖੰਡ ਇੰਟਰਟ੍ਰੋਪੀਕਲ ਕਨਵਰਜੈਂਸ ਜ਼ੋਨ ITCZ ਕਹਿੰਦੇ ਹਨ। ਇਹ ਆਪਾਂ ਪਹਿਲਾਂ ਆਲਰੇਡੀ ਜਿਹੜਾ ਹੁਣ ਕਰਕੇ ਹਟੇ ਹਾਂ ਕਿ ਗਰਮੀਆਂ ਵਿੱਚ ਜਿਹੜੀ ਭੂਮੱਧ ਰੇਖਾ ਦੀ ਘੱਟ ਦਬਾਅ ਦੀ ਪੱਟੀ ਹੁੰਦੀ ਹੈ ਉਹ ਕਰਕ ਰੇਖਾ ਵੱਲ ਪਿਚਕ ਜਾਂਦੀ ਹੈ, ਤਾਂ ਕਰਕੇ ਇਸ ਪੱਟੀ ਨੂੰ ਕੀ ਕਹਿੰਦੇ ਹਨ? ਅੰਤਰ ਊਸ਼ਣ ਸੁਮੇਲ ਖੰਡ। ਇੰਗਲਿਸ਼ ਵਿੱਚ ਤੁਸੀਂ ਦੇਖੋ ਇੰਟਰਟ੍ਰੋਪੀਕਲ ਕਨਵਰਜੈਂਸ ਜ਼ੋਨ ITCZ, ਇਸ ਦੀ ਫੁੱਲ ਫਾਰਮ ਵੀ ਪੁੱਛੀ ਜਾ ਸਕਦੀ ਹੈ, ਤੁਸੀਂ ਇਸ ਦਾ ਸਕਰੀਨਸ਼ਾਟ ਵੀ ਲੈ ਸਕਦੇ ਹੋ, ਠੀਕ ਹੈ। ਅੱਗੇ ਦੇਖੋ ਨੈਕਸਟ ਪੁਆਇੰਟ ਹੈ, ਦੱਖਣ ਪੂਰਬੀ ਵਪਾਰਕ ਪੌਣਾ ਭੂਮੱਧ ਰੇਖਾ ਨੂੰ ਪਾਰ ਕਰਕੇ ਹੀ ਧਰਤੀ ਦੀ ਦੈਨਿਕ ਗਤੀ ਕਾਰਨ ਦੱਖਣ ਪੱਛਮ ਤੋਂ ਉੱਤਰ ਪੂਰਬ ਦਿਸ਼ਾ ਗ੍ਰਹਿਣ ਕਰ ਲੈਂਦੀਆਂ ਹਨ, ਅਤੇ ਇਹ ਪੌਣਾ ਲੰਬਾ ਸਫ਼ਰ ਤੈਅ ਕਰਕੇ ਜੂਨ ਵਿੱਚ ਦੇਸ਼ ਦੇ ਪੱਛਮੀ ਤੱਟ ਤੇ ਬਹੁਤ ਜ਼ੋਰ ਦੀ ਵਰਖਾ ਕਰਦੀ ਹੈ। ਇਸ ਨੂੰ ਮਾਨਸੂਨ ਧਮਾਕਾ ਜਾਂ ਫਿਰ ਮਾਨਸੂਨ ਦਾ ਫਟਣਾ ਕਿਹਾ ਜਾਂਦਾ ਹੈ। ਦੇਖੋ ਇਸ ਨੂੰ ਧਿਆਨ ਨਾਲ ਪੜ੍ਹੋ, ਜਿਹੜਾ ਕਿ ਦੱਖਣ ਪੂਰਬੀ ਵਪਾਰਕ ਪੌਣਾ ਨੇ, ਠੀਕ ਹੈ। ਵਪਾਰਕ ਪੌਣਾ ਭੂਮੱਧ ਰੇਖਾ ਨੂੰ ਪਾਰ ਕਰਕੇ, ਜਦੋਂ ਇਹ ਭੂਮੱਧ ਰੇਖਾ ਨੂੰ ਪਾਰ ਕਰਦੀ ਹੈ ਧਰਤੀ ਦੀ ਦੈਨਿਕ ਗਤੀ ਕਾਰਨ ਦੱਖਣ ਪੱਛਮ ਤੋਂ, ਦੇਖੋ ਤੁਸੀਂ ਮੈਪ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਇਹ ਮੈਪ ਹੋ ਗਿਆ ਜਿਹੜਾ, ਠੀਕ ਹੈ। ਇਹ ਦੇਖੋ ਜਿਹੜਾ ਇਹ ਭੂਮੱਧ ਰੇਖਾ ਹੋਗੀ ਤੇ ਲਿਖਿਆ ਹੈ ਧਰਤੀ ਦੀ ਦੈਨਿਕ ਗਤੀ ਕਾਰਨ, ਦੈਨਿਕ ਯਾਨੀ ਕਿ ਇੱਕ ਦਿਨ ਦੀ ਗਤੀ, ਠੀਕ ਹੈ। ਗਤੀ ਕਾਰਨ ਦੱਖਣ ਪੱਛਮ ਤੋਂ, ਜਿਹੜਾ ਕਿ ਇੱਧਰ ਹੁੰਦਾ ਹੈ ਦੱਖਣ ਪੱਛਮ, ਤੁਸੀਂ ਦੇਖੋ ਇਹ ਵਾਲਾ ਦੱਖਣ ਇਲਾਕਾ ਹੈ, ਇਹ ਵਾਲਾ ਪੱਛਮ, ਇਹ ਪੂਰਬ ਤੇ ਇਹ ਉੱਤਰ ਤੇ ਇਹ ਪੂਰਬ, ਠੀਕ ਹੈ। ਦੱਖਣ ਪੱਛਮ ਯਾਨੀ ਕਿ ਇੱਧਰ ਵਾਲੀ ਜਿਹੜੀ ਇਹ ਵਾਲੀ ਜਿਹੜੀ ਪੱਟੀ ਹੁੰਦੀ ਹੈ,
ਠੀਕ ਹੈ, ਜਿਹੜੀ ਵਪਾਰਕ ਪੌਣਾ ਹੁੰਦੀ ਹੈ ਉੱਤਰ ਪੂਰਬ ਦਿਸ਼ਾ ਗ੍ਰਹਿਣ ਕਰ ਲੈਂਦੀਆਂ ਹਨ, ਯਾਨੀ ਕਿ ਉੱਤਰ ਪੂਰਬ ਇੱਧਰ ਵੱਲ ਇਹ ਆ ਜਾਂਦੀਆਂ ਹਨ। ਠੀਕ ਹੈ, ਭੂਮੱਧ ਰੇਖਾ ਨੂੰ ਪਾਰ ਕਰਕੇ। ਤਾਂ ਕਰਕੇ ਹੀ ਜਿਹੜਾ ਜੂਨ ਦੇਸ਼ ਵਿੱਚ ਪੱਛਮੀ ਤੱਟ 'ਤੇ ਬਹੁਤ ਜ਼ੋਰ ਦੀ ਵਰਖਾ ਕਰਦੀ ਹੈ। ਪੱਛਮੀ ਤੱਟ ਜਿਹੜਾ ਆਪਾਂ ਕਰਿਆ ਸੀ, ਜਿਹੜਾ ਤੱਟ ਦੇ ਦੋ ਭਾਗ ਹੈ, ਪੂਰਬੀ ਤੱਟ ਅਤੇ ਪੱਛਮੀ ਤੱਟ, ਜਿਹੜਾ ਆਪਾਂ ਪੜ੍ਹਿਆ ਧਰਾਤਲ ਵਿੱਚ। ਅਤੇ ਇੱਧਰ ਕੀ ਹੁੰਦਾ ਜੂਨ ਵਿੱਚ, ਜੂਨ ਜਿਹੜਾ ਮਹੀਨਾ ਹੁੰਦਾ ਉੱਧਰ ਕੀ ਹੁੰਦੀ ਹੈ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ ਅਤੇ ਉਸ ਨੂੰ ਕੀ ਕਿਹਾ ਜਾਂਦਾ ਹੈ ਮਾਨਸੂਨੀ ਧਮਾਕਾ ਜਾਂ ਮਾਨਸੂਨ ਦਾ ਫਟਣਾ ਕਿਹਾ ਜਾਂਦਾ ਹੈ। ਠੀਕ ਹੈ, ਅੱਗੇ ਦੇਖੋ, ਦੇਸ਼ ਦੀ ਵਧੇਰੀ ਵਰਖਾ ਦਾ 87% ਹਿੱਸਾ ਮਾਰਚ ਤੋਂ ਸਤੰਬਰ ਤੱਕ, ਗਰਮੀਆਂ ਵਿੱਚ ਬਾਕੀ 13% ਚੱਕਰਵਾਤਾਂ ਤੇ ਵਾਪਸ ਮੁੜਦੀਆਂ ਮਾਨਸੂਨਾਂ ਨਾਲ ਰੂਤ ਤੋਂ ਬਾਅਦ ਸਰਦੀਆਂ ਵਿੱਚ ਹੁੰਦੀ ਹੈ। ਦੇਖੋ, ਜਿਹੜਾ ਕਿ ਆਪਾਂ ਨੇ ਪੜ੍ਹਿਆ ਕਿ ਜਿਹੜਾ ਵੀ ਭਾਰਤ ਵਿੱਚ ਵਰਖਾ ਹੁੰਦੀ ਹੈ ਉਹ ਕਿੰਨੀ % ਹੁੰਦੀ ਹੈ ਕਿਹੜੇ ਮਹੀਨੇ ਵਿੱਚ। ਇਹ ਦੇਖੋ, ਜਿਹੜਾ ਕਿ 87% ਜਿਹੜਾ ਕਿ ਵੱਧ ਮੰਨ ਸਕਦੇ ਹੋ, ਇਹ ਹਿੱਸਾ ਜਿਹੜਾ ਬਾਰਿਸ਼ ਦਾ ਜਿਹੜਾ ਵਰਖਾ ਦਾ ਇਹ ਹੁੰਦਾ ਮਾਰਚ ਤੋਂ ਸਤੰਬਰ ਮਹੀਨੇ ਵਿੱਚ। ਠੀਕ ਹੈ, ਗਰਮੀਆਂ ਵਿੱਚ। ਅਤੇ ਬਾਕੀ ਰਹਿੰਦਾ 13% ਚੱਕਰਵਾਤਾਂ ਤੇ ਵਾਪਸ ਮੁੜਦੀਆਂ ਮਾਨਸੂਨਾਂ, ਜਿਹੜਾ ਕਿ ਸਰਦੀਆਂ ਵਿੱਚ ਹੁੰਦੀਆਂ ਨੇ। ਠੀਕ ਹੈ, 13% ਜਿਹੜੀ ਵਰਖਾ ਹੁੰਦੀ ਹੈ ਉਹ ਸਰਦੀਆਂ ਵਿੱਚ ਹੁੰਦੀਆਂ ਨੇ। ਠੀਕ ਹੈ, ਅੱਗੇ ਦੇਖੋ, ਨੈਕਸਟ ਪੁਆਇੰਟ ਹੈ, ਦੇਸ਼ ਦੀ 74% ਵਰਖਾ ਰੂਤ ਜੂਨ ਤੋਂ ਸਤੰਬਰ ਤੱਕ ਹੁੰਦੀ ਹੈ। ਜਿਹੜੀ 74% ਵਰਖਾ ਹੈ ਜੂਨ ਤੋਂ ਸਤੰਬਰ ਤੱਕ ਹੁੰਦੀ ਹੈ। ਅੱਗੇ ਦੇਖੋ, ਨੈਕਸਟ ਪੁਆਇੰਟ ਹੈ, ਮਾਨਸੂਨ ਰੁਕਾਵਟਾਂ, ਵਰਖਾ ਦੇ ਕਈ ਦਿਨਾਂ ਦੇ ਗੈਪ ਵਿੱਚ ਹੋਣਾ। ਮਾਨਸੂਨ ਰੁਕਾਵਟਾਂ ਕੀ ਹੁੰਦੀਆਂ ਨੇ, ਜਿਹੜਾ ਕਿ ਕੋਈ ਰੁਕਾਵਟ ਆਪਾਂ ਸਮਝ ਸਕਦੇ ਹਾਂ ਕਿ ਰੁਕਾਵਟ ਜਿਹੜਾ ਕਿ ਫਾਸਲੇ ਨਾਲ ਹੋਣਾ, ਵਰਖਾ ਦਾ ਫਾਸਲਾ ਗੈਪ ਦੇ ਕੇ ਹੋਣਾ। ਖਾੜੀ ਬੰਗਾਲ ਜਾਂ ਅਰਬ ਸਾਗਰ ਵਿੱਚ ਊਸ਼ਣ ਚੱਕਰਵਾਤਾਂ ਨਾਲ ਹੁੰਦਾ ਹੈ। ਕਿਵੇਂ ਹੁੰਦਾ ਹੈ ਜਿਹੜਾ ਮਾਨਸੂਨ ਰੁਕਾਵਟ ਕਿਵੇਂ ਹੁੰਦੀ ਹੈ, ਜਿਹੜਾ ਕਿ ਖਾੜੀ ਬੰਗਾਲ ਹੈ ਜਾਂ ਅਰਬ ਸਾਗਰ ਹੈ ਉੱਧਰ ਜਿਹੜਾ ਊਸ਼ਣ ਚੱਕਰਵਾਤਾਂ ਨਾਲ ਇਹ ਹੁੰਦਾ ਹੈ। ਅੱਗੇ ਦੇਖੋ, ਨੈਕਸਟ ਪੁਆਇੰਟ ਹੈ, ਮਾਨਸੂਨ ਪੌਣਾ ਪਰਬਤ ਦੇ ਦੱਖਣੀ ਤੇ ਪੌਣ ਮੁਖੀ ਢਲਾਨਾਂ ਵਿੱਚ ਜ਼ਿਆਦਾ ਵਰਖਾ ਅਤੇ ਉੱਤਰੀ ਸਾਈਡ ਤੇ ਪੌਣ ਵਿਮੁਖੀ ਵਿੱਚ ਘੱਟ ਵਰਖਾ ਹੁੰਦੀ ਹੈ। ਜਿਹੜੀ ਮਾਨਸੂਨ ਪੌਣਾ ਹਨ ਇਹੀ ਭਾਰਤ ਵਿੱਚ ਵਰਖਾ ਕਰਦੀ ਹੈ। ਅਤੇ ਪਰਬਤ ਵਿੱਚ ਜਿਹੜਾ ਦੱਖਣੀ ਤੇ ਪਰਬਤ, ਜਿਹੜਾ ਹਿਮਾਲਿਆ ਪਰਬਤ ਦੀ ਗੱਲ ਹੈ, ਪਰਬਤ, ਠੀਕ ਹੈ, ਜਿਹੜਾ ਇਹਦਾ ਦੱਖਣੀ ਤੇ ਪੌਣ ਮੁਖੀ, ਜਿੱਧਰ ਯਾਨੀ ਕਿ ਪੌਣ ਦਾ ਯਾਨੀ ਕਿ ਮੁਖੀ ਢਲਾਨ ਹੁੰਦਾ ਉੱਧਰ ਵੱਧ ਵਰਖਾ ਹੁੰਦੀ ਹੈ। ਅਤੇ ਜਿਹੜਾ ਅਪੋਜਿਟ ਸਾਈਡ ਹੋ ਗਈ ਯਾਨੀ ਕਿ ਵਿਮੁਖੀ, ਇਸ ਦਾ ਜਿਹੜਾ ਸਾਈਡ ਹੋ ਗਈ ਉੱਧਰ ਘੱਟ ਵਰਖਾ ਹੁੰਦੀ ਹੈ ਹਿਮਾਲਿਆ ਪਰਬਤ 'ਤੇ। ਅੱਗੇ ਦੇਖੋ, ਬਹੁਤ ਇੰਪੋਰਟੈਂਟ ਹੈ ਅਤੇ ਇਹਨੂੰ ਤੁਸੀਂ ਕਾਪੀ ਵਿੱਚ ਨੋਟ ਕਰ ਲਓ ਕਿਉਂਕਿ ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ। ਅਤੇ ਆਪਾਂ ਜਦੋਂ ਬਾਅਦ ਵਿੱਚ ਇਹਨੂੰ ਨੋਟਸ ਵਿੱਚ ਪੜ੍ਹਾਂਗੇ ਤਾਂ ਆਪਾਂ ਨੂੰ ਇਹ ਯਾਦ ਰਹਿ ਜਾਏਗਾ। ਅਤੇ ਦੇਖੋ ਅੱਗੇ, ਵਰਖਾ ਦੀਆਂ 3 ਕਿਸਮਾਂ ਹਨ। ਵਰਖਾ ਦੀ ਕਿੰਨੀ ਕਿਸਮਾਂ ਹਨ? 3। ਕਿਹੜੀ? ਸਵਹੀਣ ਵਰਖਾ ਯਾਨੀ ਕਿ ਕਨਵੈਂਸ਼ਨਲ ਰੈਨਫਾਲ, ਪਰਬਤੀ ਵਰਖਾ ਯਾਨੀ ਕਿ ਓਰੋਗ੍ਰਾਫਿਕ ਰੈਨਫਾਲ, ਤੀਜਾ ਹੈ ਚੱਕਰਵਾਤੀ ਵਰਖਾ ਯਾਨੀ ਕਿ ਸਾਈਕਲੋਨਿਕ ਰੈਨਫਾਲ। ਅਤੇ ਇਹਨਾਂ ਨੂੰ ਵਿਸਥਾਰ ਵਿੱਚ ਆਪਾਂ ਪੜ੍ਹਦੇ ਹਾਂ ਕਿ ਸਵਹੀਣ ਵਰਖਾ ਕੀ ਹੁੰਦੀ ਹੈ। ਪਹਿਲਾ ਹੈ ਸਮਹੀਣ ਵਰਖਾ ਯਾਨੀ ਕਿ ਕਨਵੈਂਸ਼ਨਲ ਰੇਨਫਾਲ। ਦੇਖੋ, ਭੂਮੱਧ ਰੇਖਾ ਯਾਨੀ ਕਿ ਇਕੁਏਟਰ ਵਾਲੀਆਂ ਥਾਵਾਂ 'ਤੇ ਗਰਮੀ ਜ਼ਿਆਦਾ ਹੋਣ ਕਰਕੇ, ਮੈਂ ਦੱਸਿਆ ਸੀ ਨਾ ਭੂਮੱਧ ਰੇਖਾ 'ਤੇ ਜਿਹੜਾ ਸਭ ਤੋਂ ਜ਼ਿਆਦਾ ਗਰਮੀ ਹੁੰਦੀ ਹੈ, ਤਾਪਮਾਨ ਹੁੰਦਾ ਹੈ, ਕਰਕੇ ਵਾਯੂ ਦਾਬ ਘੱਟ ਹੁੰਦਾ ਹੈ ਅਤੇ ਇਸ ਖੰਡ ਦੀਆਂ ਪੌਣਾਂ ਗਰਮ ਹੋ ਕੇ ਉੱਪਰ ਉੱਠਣ ਲੱਗਦੀਆਂ ਹਨ ਅਤੇ ਉੱਪਰ ਜਾ ਕੇ ਠੰਡੀਆਂ ਹੋ ਜਾਂਦੀ ਹੈ ਅਤੇ ਇਸ ਨੂੰ ਸਵਹੀਣ ਵਰਖਾ ਕਹਿੰਦੇ ਹਨ। ਠੀਕ ਹੈ, ਇਹ ਆਪਾਂ ਕਰ ਚੁੱਕੇ ਹਾਂ ਕਿ ਭੂਮੱਧ ਰੇਖਾ ਵਿੱਚ ਕੀ ਹੁੰਦਾ, ਤਾਪਮਾਨ ਜ਼ਿਆਦਾ ਹੁੰਦਾ ਹੈ ਅਤੇ ਮੈਂ ਦੱਸਿਆ ਸੀ ਤਾਪਮਾਨ ਜਿੱਧਰ ਜ਼ਿਆਦਾ ਹੁੰਦਾ ਹੈ ਉੱਧਰ ਕੀ ਹੁੰਦਾ ਹੈ, ਹਵਾ ਦਾ ਜਿਹੜਾ ਵਾਯੂ ਦਾਬ ਜਿਹੜਾ ਘੱਟ ਵਾਯੂ ਦਾਬ ਹੁੰਦਾ ਹੈ। ਅਤੇ ਦੇਖੋ, ਜਿਹੜੀ ਹਵਾ ਗਰਮ ਹੁੰਦੀ ਹੈ, ਜਿਹੜੀ ਗੈਸ ਗਰਮ ਹੁੰਦੀ ਹੈ ਉਹ ਹਲਕੀ ਹੋ ਜਾਂਦੀ ਹੈ ਅਤੇ ਉਹ ਉੱਪਰ ਉੱਠਣ ਲੱਗਦੀ ਹੈ। ਠੀਕ ਹੈ, ਤੁਸੀਂ ਕਦੇ ਦੇਖਿਆ ਹੋਵੇ ਕਿਸੇ ਵੀ ਵੀਡੀਓ ਵਿੱਚ ਗਰਮ ਹਵਾ ਹੈ ਜੋ ਉੱਪਰ ਉੱਠਣ ਲੱਗਦੀ ਹੈ, ਜਿਹੜਾ ਕਿ ਘੱਟ ਦਬਾਅ ਦਾ ਖੇਤਰ ਬਣ ਜਾਂਦਾ ਹੈ ਅਤੇ ਜਿਹੜੀ ਪੌਣਾਂ ਗਰਮ ਹੋ ਜਾਂਦੀਆਂ ਨੇ, ਹਵਾ ਜਿਹੜੀ ਗਰਮ ਹੋ ਜਾਂਦੀ ਹੈ ਅਤੇ ਇਹ ਉੱਪਰ ਉੱਠਣ ਲੱਗਦੀਆਂ ਹਨ ਅਤੇ ਉੱਪਰ ਜਾ ਕੇ ਠੰਡੀਆਂ ਹੋ ਜਾਂਦੀਆਂ, ਕਿਉਂਕਿ ਜਦੋਂ ਆਪਾਂ ਉੱਪਰ ਵੱਲ ਜਾਂਦੇ ਹਾਂ ਨਾ, ਉੱਪਰ ਜਿੰਨਾ ਵੀ ਆਪਾਂ ਜਾਵਾਂਗੇ ਕੀ ਹੁੰਦਾ, ਠੰਡ ਵੱਧ ਜਾਂਦੀ ਹੈ ਅਤੇ ਇਹ ਜਿਹੜੀ ਪੌਣਾ ਜਿਹੜੀ ਉੱਪਰ ਗਈ ਸੀ ਹਲਕੀ ਹੋ ਕੇ, ਉਹ ਬਾਅਦ ਵਿੱਚ ਠੰਡੀਆਂ ਹੋ ਜਾਂਦੀਆਂ ਹਨ ਅਤੇ ਇਸ ਨੂੰ ਹੀ ਸਵਹੀਣ ਵਰਖਾ ਕਹਿੰਦੇ ਹਨ। ਅੱਗੇ ਦੇਖੋ, ਇਸ ਦਾ ਨੈਕਸਟ ਪੁਆਇੰਟ ਹੈ, ਸਵਹੀਣ ਵਰਖਾ ਜ਼ਿਆਦਾ ਸਮਾਂ ਨਹੀਂ ਚੱਲਦੀ ਕਿਉਂਕਿ ਘੱਟ ਵਾਯੂ ਦਾਬ ਕਾਰਨ ਉਸਦੀ ਹਵਾ ਖੁਸ਼ਕ ਇਲਾਕਿਆਂ ਤੋਂ ਆਪਣੇ ਵਿੱਚ ਬਹੁਤ ਨਮੀ ਨਹੀਂ ਲਿਜਾ ਸਕਦੀ। ਉਂਝ ਅਜਿਹੀ ਵਰਖਾ ਬੱਦਲਾਂ ਦੀ ਗਰਜ ਤੇ ਬਿਜਲੀ ਦਾ ਚਮਕਣਾ ਹੁੰਦਾ ਹੈ। ਦੇਖੋ, ਜਿਹੜਾ ਕਿ ਜਦੋਂ ਤੁਸੀਂ ਦੇਖੋਗੇ ਜਿਹੜਾ ਤਾਪਮਾਨ ਵੱਧ ਹੁੰਦਾ ਹੈ ਅਤੇ ਉੱਧਰ ਕੀ ਹੁੰਦਾ, ਨਮੀ ਘੱਟ ਹੁੰਦੀ ਹੈ ਅਤੇ ਜਦੋਂ ਪੌਣਾ ਉੱਪਰ ਜਾਣਗੀਆਂ ਤਾਂ ਨਮੀ ਘੱਟ ਹੋਣ ਕਰਕੇ ਕੀ ਹੁੰਦਾ ਹੈ,
ਜਿਹੜਾ ਨਮੀ ਘੱਟ ਹੁੰਦੀ ਹੈ, ਨਮੀ ਕਰਕੇ ਹੀ ਵਰਖਾ ਹੁੰਦੀ ਹੈ। ਜੇ ਨਮੀ ਘੱਟ ਹੋਵੇਗੀ ਤਾਂ ਵਰਖਾ ਵੀ ਘੱਟ ਹੋਵੇਗੀ, ਯਾਨੀ ਕਿ ਸਵਹੀਣ ਵਰਖਾ ਘੱਟ ਹੁੰਦੀ ਹੈ। ਠੀਕ ਹੈ, ਜਿਹੜਾ ਇਸ ਵਿੱਚ ਕੀ ਹੁੰਦਾ, ਸਭ ਤੋਂ ਜ਼ਿਆਦਾ ਬੱਦਲਾਂ ਦੀ ਗਰਜ ਹੁੰਦੀ ਹੈ ਅਤੇ ਬਿਜਲੀ ਦਾ ਚਮਕਣਾ ਵੱਧ ਹੁੰਦਾ ਹੈ। ਤਾਂ ਹੀ ਤਾਂ ਇਹ ਕਹਾਵਤ ਬਣੀ ਹੈ ਕਿ ਜੋ ਗਰਜਦੇ ਹਨ ਉਹ ਵਰਸਦੇ ਨਹੀਂ। ਤਾਂ ਕਰਕੇ ਜਿਹੜਾ ਇਹ ਵਰਖਾ ਤਾਂ ਹੁੰਦੀ ਨਹੀਂ, ਇਹ ਬੱਦਲ ਜਿਹੜੇ ਗਰਜਦੇ ਰਹਿੰਦੇ ਹਨ। ਅੱਗੇ ਦੇਖੋ ਨੈਕਸਟ ਜਿਹੜਾ ਅੱਗੇ ਦੇਖੋ ਦੂਜਾ ਭਾਗ ਹੈ ਹਿੱਸਾ ਜਿਹੜਾ ਪਰਵਤੀ ਵਰਖਾ ਯਾਨੀ ਕਿ ਓਰੋਗ੍ਰਾਫਿਕ ਰੈਨਫਾਲ। ਦੇਖੋ ਇਸ ਵਿੱਚ ਕੀ ਦਿੱਤਾ ਹੈ, ਜਦੋਂ ਪੌਣਾ ਸਮੁੰਦਰ ਤੋਂ ਧਰਤੀ ਵੱਲ ਚੱਲਦੀ ਹੈ ਤਾਂ ਸਮੁੰਦਰ ਦੇ ਉੱਤੋਂ ਲੰਘਣ ਕਾਰਨ ਨਮੀ ਭਰਪੂਰ ਹੋ ਜਾਂਦੀਆਂ ਹਨ। ਕਈ ਵਾਰ ਪਹਾੜਾਂ ਦੀ ਰੋਕ ਕਾਰਨ ਇਹ ਪੌਣਾ ਉੱਪਰ ਉੱਠਣ ਲੱਗਦੀਆਂ ਹਨ ਅਤੇ ਉੱਪਰ ਜਾਣ ਕਾਰਨ ਇਹ ਠੰਡੀਆਂ ਹੋ ਜਾਂਦੀਆਂ ਹਨ ਅਤੇ ਵਰਖਾ ਕਰਦੀਆਂ ਹਨ। ਦੇਖੋ ਜਿਹੜੀ ਪਰਬਤੀ ਵਰਖਾ ਹੈ, ਪਰਬਤੀ ਵਰਖਾ ਤੋਂ ਆਪਾਂ ਨੂੰ ਸਮਝ ਆ ਗਈ ਕਿ ਪਰਬਤ, ਠੀਕ ਹੈ, ਜਦੋਂ ਪੌਣਾ ਸਮੁੰਦਰਾਂ ਤੋਂ ਧਰਤੀ ਵੱਲ ਚੱਲਦੀ ਹੈ, ਜਦੋਂ ਜਿਹੜੀ ਪੌਣਾ ਹਨ ਜਿਹੜੀ ਸਮੁੰਦਰ ਤੋਂ ਧਰਤੀ ਵੱਲ ਚੱਲਦੀ ਹੈ ਤਾਂ ਸਮੁੰਦਰ ਤੋਂ ਉੱਤੋਂ ਲੰਘਣ ਕਰਕੇ ਨਮੀ ਭਰਪੂਰ ਹੋ ਜਾਂਦੀਆਂ ਹਨ। ਆਪਾਂ ਦੇਖਦੇ ਹਾਂ ਕਿ ਜਦੋਂ ਆਪਾਂ ਨੂੰ ਹਵਾ ਲੱਗਦੀ ਹੈ ਤਾਂ ਨੇੜੇ ਤੇੜੇ ਕੋਈ ਤਲਾਬ ਹੋਵੇ ਤਾਂ ਆਪਾਂ ਨੂੰ ਠੰਡੀ ਹਵਾ ਲੱਗਦੀ ਹੈ। ਕਿਉਂ ਲੱਗਦੀ ਹੈ? ਕਿਉਂਕਿ ਜਿਹੜੀ ਨਮੀ ਵਾਲੀ ਹਵਾ ਹੋ ਜਾਂਦੀ ਹੈ ਅਤੇ ਆਪਾਂ ਨੂੰ ਠੰਡੀ ਹਵਾ ਲੱਗਦੀ ਹੈ। ਉੱਦਾਂ ਹੀ ਜਦੋਂ ਜਿਹੜੀ ਹਵਾ ਹੈ ਉਹ ਸਮੁੰਦਰ ਦੇ ਉੱਤੋਂ ਲੰਘਣ ਕਰਕੇ ਨਮੀ ਭਰਪੂਰ ਹੋ ਜਾਂਦੀਆਂ ਹਨ ਅਤੇ ਇਹ ਜਦੋਂ ਚਲਦੀ ਚਲਦੀ ਪਹਾੜ ਆਉਂਦੇ ਹੈ, ਠੀਕ ਹੈ, ਜਦੋਂ ਪਹਾੜ ਆਉਂਦੇ ਹੈ ਉੱਧਰ ਇਹ ਟਕਰਾ ਕੇ ਜਿਹੜੀ ਵਰਖਾ ਹੁੰਦੀ ਹੈ, ਠੀਕ ਹੈ, ਅਤੇ ਇਹ ਠੰਡ ਇਹ ਪੈਦਾ ਕਰਦੀ ਹੈ। ਅੱਗੇ ਦੇਖੋ ਇਸਦਾ ਪੁਆਇੰਟ ਹੈ, ਇਹੀ ਕਾਰਨ ਹੈ ਕਿ ਗਰਮੀ ਦੀਆਂ ਮੌਨਸੂਨ ਪੌਣਾ ਪਹਾੜ ਦੇ ਉੱਤਰ ਵੱਲ ਜਾਂਦੀਆਂ ਹਨ ਤਾਂ ਇਹ ਹਿਮਾਲਿਆ ਪਰਬਤ ਕਾਰਨ ਉੱਥੇ ਵਰਖਾ ਕਰਦੀਆਂ ਹਨ। ਇਸ ਤਰ੍ਹਾਂ ਪੌਣਾ ਦਾ ਲਗਾਤਾਰ ਸਫ਼ਰ ਕਾਰਨ ਇਹ ਲੰਬਾ ਸਮਾਂ ਵਰਸਦੀ ਹੈ। ਜਿਹੜਾ ਹਿਮਾਲਿਆ ਪਰਬਤ ਆ ਗਿਆ, ਰਾਹ ਵਿੱਚ ਪ੍ਰਾਇਦੀਪ ਪਠਾਰ ਆ ਗਿਆ, ਉੱਧਰ ਇਹ ਟਕਰਾ ਕੇ ਨਮੀ ਅਤੇ ਉੱਧਰ ਮਾਨਸੂਨ ਜਿਹੜੀ ਇਹ ਵਰਖਾ ਕਰਦੀ ਹੈ। ਅਤੇ ਜਿਹੜੀ ਪਰਬਤੀ ਵਰਖਾ ਹੈ ਇਹ ਇਹਨਾਂ ਤਿੰਨਾਂ ਵਿੱਚੋਂ ਸਭ ਤੋਂ ਜ਼ਿਆਦਾ ਹੁੰਦੀ ਹੈ। ਠੀਕ ਹੈ, ਜਿਹੜੀ ਕਿ ਪਰਬਤੀ ਵਰਖਾ ਹੈ ਇਹ ਭਾਰਤ ਵਿੱਚ ਸਭ ਤੋਂ ਵੱਧ ਹੁੰਦੀ ਹੈ ਕਿਉਂਕਿ ਭਾਰਤ ਵਿੱਚ ਪਹਾੜ ਵੀ ਵੱਧ ਹੈ। ਅੱਗੇ ਦੇਖੋ ਚੱਕਰਵਾਤੀ ਵਰਖਾ ਸਾਈਕਲੋਨਿਕ ਰੈਨਫਾਲ। ਚੱਕਰਵਾਤ ਉਦੋਂ ਉਤਪੰਨ ਹੁੰਦਾ ਹੈ ਜਦੋਂ ਵਾਤਾਵਰਣ ਵਿੱਚ ਬਾਹਰ ਵੱਲ ਵੱਧ ਵਾਯੂ ਦਾਬ ਅਤੇ ਅੰਦਰ ਵੱਲ ਘੱਟ ਵਾਯੂ ਦਾਬ ਦੀ ਸਥਿਤੀ ਪੈਦਾ ਹੁੰਦੀ ਹੈ। ਇਸ ਵਿੱਚ ਘੱਟ ਦਾਬ ਵਾਲੀ ਪੌਣਾ ਉੱਪਰ ਉੱਠ ਕੇ ਠੰਡੀਆਂ ਹੋਣ ਕਾਰਨ ਵਰਖਾ ਹੁੰਦੀ ਹੈ। ਚੱਕਰਵਾਤ ਆਪਾਂ ਪਹਿਲਾਂ ਪੜ੍ਹਿਆ ਸੀ ਕਿ ਜਿਹੜਾ ਕਿ ਚੱਕਰਵਾਤ ਵਰਖਾ ਹੁੰਦੀ ਹੈ ਉਹ ਹੁੰਦੀ ਹੈ ਸਰਦੀਆਂ ਵਿੱਚ। ਅਤੇ ਸਰਦੀਆਂ ਵਿੱਚ ਕੀ ਹੁੰਦਾ ਹੈ, ਜਦੋਂ ਸਰਦੀ ਹੁੰਦੀ ਹੈ ਯਾਨੀ ਕਿ ਤਾਪਮਾਨ ਘੱਟ ਹੁੰਦਾ ਹੈ ਤਾਂ ਵਾਯੂ ਦਾਬ ਵੱਧ ਹੁੰਦਾ ਹੈ ਅਤੇ ਇਹ ਕੀ ਹੁੰਦਾ, ਜਦੋਂ ਇਹ ਘੱਟ ਵਾਯੂ ਦਾਬ ਵਿੱਚ ਇਹ ਜਾਂਦੀ ਹੈ ਤਾਂ ਚੱਕਰਵਾਤ ਵਰਖਾ ਹੁੰਦੀ ਹੈ। ਇਹ ਘੱਟ ਹੀ ਹੁੰਦੀ ਹੈ, ਠੀਕ ਹੈ, ਸਭ ਤੋਂ ਜ਼ਿਆਦਾ ਹੁੰਦੀ ਹੈ ਪਰਬਤੀ ਵਰਖਾ, ਪਹਾੜੀ ਵਰਖਾ। ਅੱਗੇ ਦੇਖੋ ਨੈਕਸਟ ਪੁਆਇੰਟ ਹੈ, ਹਿਮਾਲਿਆ ਪਰਬਤ ਦੀਆਂ ਦੱਖਣੀ ਢਲਾਨਾਂ ਅਤੇ ਪੱਛਮੀ ਘਾਟ ਦੀਆਂ ਪੱਛਮੀ ਢਲਾਨਾਂ 'ਤੇ ਪਹਾੜੀ ਵਰਖਾ, ਦੱਖਣੀ ਭਾਗਾਂ ਵਿੱਚ ਸਮਹੀਣ ਵਰਖਾ ਅਤੇ ਦੇਸ਼ ਦੇ ਉੱਤਰ ਪੱਛਮੀ ਖੇਤਰਾਂ ਵਿੱਚ ਚੱਕਰਵਾਤੀ ਵਰਖਾ ਹੁੰਦੀ ਹੈ। ਦੇਖੋ ਜਿਹੜਾ ਹਿਮਾਲਿਆ ਪਰਬਤ ਹੈ ਉੱਧਰ ਦੱਖਣੀ ਢਲਾਨਾਂ ਅਤੇ ਪੱਛਮੀ ਘਾਟ ਦੀਆਂ ਪੱਛਮੀ ਢਲਾਨਾਂ 'ਤੇ ਪਹਾੜੀ ਵਰਖਾ, ਮੈਂ ਦੱਸਿਆ ਸੀ ਕਿ ਹਿਮਾਲਿਆ ਪਰਬਤ ਵੀ ਇੱਕ ਪਰਬਤ ਹੈ, ਪਹਾੜ ਹੈ, ਅਤੇ ਉੱਧਰ ਕੀ ਹੋਏਗੀ, ਪਹਾੜੀ ਵਰਖਾ ਹੋਵੇਗੀ। ਅਤੇ ਜਿਹੜੀ ਦੱਖਣੀ ਭਾਗਾਂ ਵਿੱਚ ਸਮਹੀਣ ਵਰਖਾ ਹੁੰਦੀ ਹੈ, ਦੱਖਣੀ ਭਾਗਾਂ ਵਿੱਚ ਕੀ ਹੁੰਦੀ ਹੈ, ਸਮਹੀਣ ਵਰਖਾ। ਅਤੇ ਦੇਸ਼ ਦੇ ਉੱਤਰ ਪੱਛਮ ਖੇਤਰਾਂ ਵਿੱਚ ਚੱਕਰਵਾਤੀ ਵਰਖਾ ਹੁੰਦੀ ਹੈ। ਉੱਤਰ ਪੱਛਮ ਵਿੱਚ ਯਾਨੀ ਕਿ ਆਪਣਾ ਪੰਜਾਬ ਵਾਲਾ ਇਲਾਕਾ ਹੈ, ਜ਼ਿਆਦਾਤਰ ਆ ਗਿਆ। ਆਪਾਂ ਦੇਖਦੇ ਹਾਂ ਨਾ ਸਰਦੀਆਂ ਵਿੱਚ ਪੰਜਾਬ ਵਿੱਚ ਵਰਖਾ ਹੁੰਦੀ ਹੈ, ਠੀਕ ਹੈ, ਇਹ ਚੱਕਰਵਾਤੀ ਵਰਖਾ ਹੁੰਦੀ ਹੈ। ਅੱਗੇ ਦੇਖੋ ਨੈਕਸਟ ਪੁਆਇੰਟ ਹੈ, ਸਮੁੱਚੇ ਦੇਸ਼ ਅੰਦਰ ਪਹਾੜੀ ਵਰਖਾ ਜ਼ਿਆਦਾ ਹੁੰਦੀ ਹੈ, ਇਹ ਆਪਾਂ ਪੜ੍ਹ ਚੁੱਕੇ ਹਾਂ। ਅੱਗੇ ਦੇਖੋ ਨੈਕਸਟ ਪੁਆਇੰਟ, ਭਾਰਤ ਦੇਸ਼ ਦੀ ਔਸਤ ਸਾਲਾਨਾ ਵਰਖਾ ਕਿੰਨੀ ਹੈ, 118 ਸੈਂਟੀਮੀਟਰ ਹੈ। ਇਹ ਗੱਲ ਜਿਹੜੀ ਨੋਟ ਕਰਨ ਵਾਲੀ ਹੈ, ਕਾਪੀ ਦੇ ਵਿੱਚ ਨੋਟ ਕਰ ਸਕਦੇ ਹੋ ਕਿ ਭਾਰਤ ਦੇਸ਼ ਦੀ ਔਸਤ ਸਾਲਾਨਾ ਕਿੰਨੀ ਹੈ, 118 ਸੈਂਟੀਮੀਟਰ। ਠੀਕ ਹੈ, ਆਪਣਾ ਇਹ ਜਿਹੜਾ ਪਾਰਟ 1 ਹੈ ਜਿਹੜਾ ਜਲਵਾਯੂ ਦਾ ਇਹ ਕੰਪਲੀਟ ਹੋ ਗਿਆ। ਜਿਹੜਾ ਪਾਰਟ ਦੂਜਾ ਆਪਾਂ ਜਲਦ ਲੈ ਕੇ ਆਵਾਂਗੇ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਆਪਣੀ ਅਕੈਡਮੀ ਨੂੰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਨੈਕਸਟ ਵੀਡੀਓ ਵਿੱਚ।